ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Today I'm going to be talking about two domains, independent domains, to which we are introduced in our life, ਪਰ ਉਸ ਦੇ ਵਿੱਚ ਕੋਈ ਨਾ ਕੋਈ ਕਨਫਿਊਜ਼ਨ ਰਹਿੰਦੀ ਹੈ। ਇਹ ਦੋ ਡੋਮੇਨਸ ਨੇ ਤੇ ਇਹਨਾਂ ਦੇ ਵਿੱਚ ਇਹ ਦੋਵੇਂ ਇੰਡੀਪੈਂਡੈਂਟ ਨੇ। ਇਹ ਜਿਹੜੀਆਂ ਡੋਮੇਨਸ ਨੇ ਇਹਨਾਂ ਦੇ ਫੰਕਸ਼ਨੈਲਿਟੀ ਤੇ ਇਹਨਾਂ ਦੀ ਜਿਹੜੀ ਸਾਡੇ ਨਾਲ ਜਿਹੜਾ ਆਪਸ ਵਿੱਚ ਸਾਡਾ ਇਹਨਾਂ ਡੋਮੇਨਸ ਦੇ ਨਾਲ ਜਿਹਨੂੰ ਕਹਿੰਦੇ ਆ ਰਾਬਤਾ ਹੈ, ਉਹ ਇੰਡੀਪੈਂਡੈਂਟ ਹੈ, ਪਰ ਸਾਨੂੰ ਵੀ ਆਰ ਨਾਟ ਕੌਨਸ਼ੀਅਸ ਅਬਾਊਟ ਇਟ। ਇਸ ਤੋਂ ਇੱਕ ਡੋਮੇਨ ਹੈ ਜਿਹਨੂੰ ਅਸੀਂ ਰਿਲੀਜਨ ਦੇ ਨਾਮ ਦੇ ਨਾਲ ਜਾਣਦੇ। ਦੂਜੀ ਡੋਮੇਨ ਹੈ ਜਿਹਨੂੰ ਅਸੀਂ ਸਪਿਰਿਚੁਅਲਿਟੀ ਦੇ ਨਾਮ ਦੇ ਨਾਲ ਜਾਣਦੇ। ਰਿਲੀਜਨ ਮਜ਼ਹਬ ਹੈ, ਸਪਿਰਿਚੁਅਲਿਟੀ ਐਕਚੁਅਲੀ ਸਪਿਰਿਚੁਅਲਿਟੀ ਵੀ ਇੱਕ ਮਿਸਨੋਮਰ ਹੈ। ਜਿਵੇਂ ਆਪਾਂ ਸਪਿਰਿਚੁਅਲਿਟੀ ਨੂੰ ਸਮਝਦੇ ਹਾਂ, ਇਹਨੂੰ ਡਿਵਿਨਿਟੀ ਕਹੀਏ ਜਾਂ ਇਸ ਨੂੰ ਗੁਰਮਤ ਕਹੀਏ। ਇਹ ਜਿਹੜੀ ਗੁਰਮਤ ਹੈ, ਇੱਕ ਡੋਮੇਨ ਆ ਗਿਆ ਮਜ਼ਹਬ ਦਾ, ਦੂਜਾ ਆ ਗਿਆ ਗੁਰਮਤ ਦਾ। ਇਸ ਜਿਹੜੀ ਹੈਗੀ ਹੈ ਗੁਰਮਤ, ਜਿਹੜਾ ਹੈ ਇਹ ਧਰਮ ਦਾ ਖੇਤਰ ਹੈ। ਮਜ਼ਹਬ ਜਿਹੜਾ ਹੈ ਉਹ ਇੱਕ ਰਿਲੀਜਨ, ਇੱਕ ਕਮਿਊਨਿਟੀ ਕਹਿ ਲਓ, ਇੱਕ ਤੁਸੀਂ ਇੱਕ ਗਰੁੱਪ ਕਹਿ ਲਓ, ਕੋਈ ਉਸ ਨੂੰ ਇੱਕ ਇਟਸ ਅ ਸਬ ਸੈਕਸ਼ਨ ਆਫ ਦੈਟ ਟੋਟਲ ਜਿਹੜਾ ਕਾਸਮੋਸ ਦੀ ਜਿਹੜੀ ਐਗਜ਼ਿਸਟੈਂਸ ਹੈ, ਦ ਐਗਜ਼ਿਸਟੈਂਟ, ਦ ਨਾਨ ਐਗਜ਼ਿਸਟੈਂਟ and that which is beyond the existence and the non-existent। ਇਹ ਸਾਰੇ ਜਿਹੜਾ ਟੋਟਲ ਜਿਹੜਾ ਚੱਕਰ ਹੈ, ਉਸ ਦੇ ਵਿੱਚ ਜਿਹੜਾ ਮਜ਼ਹਬ ਹੈ ਉਹ ਇੱਕ ਮਿਨੀ ਸਕਿਊਰ, ਬਹੁਤ ਛੋਟਾ ਇੱਕ ਕਣ ਵੀ ਨਹੀਂ ਹੈ, ਬਟ ਇਟ ਐਗਜ਼ਿਸਟਸ ਔਨ ਦਿਸ, ਜਿਹਨੂੰ ਕਹਿੰਦੇ ਵੀ ਇਸ ਗੋਲੇ 'ਤੇ, ਇਸ ਪਲੈਨਟ 'ਤੇ ਉਹ ਐਗਜ਼ਿਸਟ ਕਰਦਾ। ਧਰਮ ਦਾ ਜਿਹੜਾ ਖੇਤਰ ਹੈ ਉਹ ਬਹੁਤ ਹੀ, ਉਹ ਦੈਟ ਟੇਕਸ ਕੇਅਰ ਆਫ ਦ ਐਗਜ਼ਿਸਟੈਂਟ, ਦ ਨਾਨ ਐਗਜ਼ਿਸਟੈਂਟ ਐਂਡ ਦੈਟ ਵਿਚ ਇਜ਼ ਬਿਯੋਂਡ ਦਿਸ ਐਗਜ਼ਿਸਟੈਂਟ ਐਂਡ ਨਾਨ ਐਗਜ਼ਿਸਟੈਂਟ। ਕਈ ਚੀਜ਼ਾਂ ਐਗਜ਼ਿਸਟ ਕਰ ਰਹੀਆਂ, ਪਲੈਨਟਸ ਹੈ, ਸੋਲਰ ਸਿਸਟਮਸ ਹੈ, ਗੈਲੈਕਸੀਜ਼ ਹੈ, ਕਾਸਮੋਸ ਟੋਟਲ ਜਿਹੜਾ ਹੈਗਾ ਉਹ ਐਗਜ਼ਿਸਟ ਕਰ। ਕਈ ਚੀਜ਼ਾਂ ਉਹ ਨਹੀਂ ਐਗਜ਼ਿਸਟ ਕਰ ਰਹੀਆਂ, ਬਲੈਕ ਹੋਲਸ ਦੇ ਵਿੱਚ ਕਈ ਕੁਛ ਹੈਗਾ, ਕਈ ਐਸਪੈਕਟਸ ਹੈ ਹੋਣਗੇ ਜਿਹੜੇ ਇਸ ਤੋਂ ਵੀ ਬਿਯੋਂਡ ਨੇ। ਧਰਮ ਉੱਥੇ ਆਪਰੇਟ ਕਰਦਾ ਹੈ। ਜਿਹੜਾ ਰਿਲੀਜਨ ਹੈ ਉਹ ਇੱਕ ਛੋਟੇ ਜਿਹੇ ਦਾਇਰੇ ਦੇ ਵਿੱਚ ਆਪਰੇਟ ਕਰਦਾ ਹੈ। ਰਿਲੀਜਨ ਜਿਹੜਾ ਆਇਆ ਸੀ, ਮਜ਼ਹਬ ਜਿਹੜਾ ਬਣਿਆ ਸੀ, ਉਹ ਉਸਦਾ ਜਿਹੜਾ ਬੇਸਿਕ ਡੋਮੇਨ ਹੈ ਉਹ ਹੈ ਆਊਟ ਆਫ ਫੀਅਰ ਆਫ ਗੋਡ। ਦੈਟ ਇਜ਼ ਵੀ ਆਈ ਐਮ ਸਕੇਅਰਡ ਆਫ ਸਮਥਿੰਗ ਵਿਚ ਇਜ਼ ਅਨਨੋਨ। ਧਰਮ ਦਾ ਜਿਹੜਾ ਖੇਤਰ ਹੈ ਉਹ ਫੀਅਰ ਦਾ ਖੇਤਰ ਨਹੀਂ ਹੈ, ਉਹ ਪਿਆਰ ਦਾ ਖੇਤਰ ਹੈ, ਉਹ ਪ੍ਰੇਮ ਦਾ ਖੇਤਰ ਹੈ। ਇਹ ਪ੍ਰੇਮ ਖਿਲਣ ਕਾ ਚਾਓ ਵਾਲੀ ਗੱਲ ਹੈ। ਇਸ ਦੇ ਵਿੱਚ ਜਿਹੜੀ ਗੱਲ ਹੈਗੀ ਹੈ, ਧਰਮ ਦੀ ਜਿਹੜੀ ਗੱਲ ਹੈ, ਉਸ ਦੇ ਵਿੱਚ ਭੈ ਨਹੀਂ ਹੈ, ਉਸ ਵਿੱਚ ਭਾਉ ਹੈ। ਸੋ ਉਹ ਜਿਹੜੀ ਗੱਲ ਹੈਗੀ ਹੈ, ਉਸ ਦੇ ਇਹ ਦੋ ਡੋਮੇਨਸ ਜਿਹੜੀਆਂ ਨੇ, ਦੇ ਆਰ ਇੰਡੀਪੈਂਡੈਂਟ ਆਫ ਈਚ ਅਦਰ। ਪੰਚਮ ਪਾਤਸ਼ਾਹ ਨੇ ਜਿਹੜੀ ਗੱਲ ਕੀਤੀ ਹੈ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਉਸਦਾ ਇਹ ਨਹੀਂ ਮਤਲਬ ਕਿ ਜੀ ਇੱਕ ਨਵਾਂ ਅਸੀਂ ਹੁਣ ਅਸੀਂ ਸਿੱਖ ਇੱਕ ਡਿਫਰੈਂਟ ਗੱਲ ਅਸੀਂ ਕਰ ਰਹੇ ਹਾਂ, ਉਹ ਨਹੀਂ ਹੈ। ਇਸ ਦੇ ਵਿੱਚ ਇਹ ਹੈ ਕਿ ਜਿਹੜੀ ਧਰਮ ਦਾ ਜਿਹੜਾ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ, ਉਹ ਧਰਮ ਦੇ ਖੇਤਰ ਦੇ ਵਿੱਚ ਚੱਲ ਰਹੀ ਹੈ। ਇਸ ਦੇ ਵਿੱਚ ਰਿਲੀਜਨ ਦਾ ਜਿਹੜਾ ਵੀ ਤੁਸੀਂ ਐਸਪੈਕਟ ਦੀ ਕਸਵੱਟੀ ਬਾਣੀ ਨੂੰ ਲੈ ਕੇ ਉਸ ਨੂੰ ਤੁਸੀਂ ਇਸ 'ਚ ਕਰੋਗੇ ਤਾਂ ਤੀਰਥ ਹੈ। ਮੰਨ ਲਓ ਤੀਰਥ, ਆਪਣੇ ਤੀਰਥ ਸਥਾਨ ਬੜੇ ਬਣੇ ਹੋਏ ਨੇ,
ਚਾਹੇ ਉਹ ਹੇਮਕੁੰਟ ਸਾਹਿਬ ਹੋ ਗਏ ਤੇ ਜਾਂ ਉਹ ਨੰਦੇੜ ਹੋ ਗਿਆ ਜਾਂ ਪਟਨਾ ਸਾਹਿਬ ਦਾ ਹੋ ਗਿਆ, ਕੋਈ ਵੀ ਪੰਜ ਤਖਤ ਹੋ ਗਏ, ਕੁਛ ਵੀ ਹੈਗੇ, ਉਹ ਠੀਕ ਹੈ, ਉਹਨਾਂ ਦੀ ਆਪਦੀ ਇੱਕ ਜਗ੍ਹਾ ਹੈ। ਇਹ ਨਹੀਂ ਹੈ ਕਿ ਰਿਲੀਜਨ ਕੋਈ ਮਾੜੀ ਚੀਜ਼ ਹੈ, ਰਿਲੀਜਨ ਕੋਈ ਗਲਤ ਚੀਜ਼ ਹੈ, ਇਹ ਚੀਜ਼ ਨਹੀਂ ਹੈ, ਉਹ ਇੱਕ ਐਸਪੈਕਟ ਹੈ। ਪਰ ਜੇ ਤੁਸੀਂ ਇਸ ਐਸਪੈਕਟ ਦੀ ਵੈਲਿਡਿਟੀ ਬਾਣੀ ਚੋਂ ਲੈਣ ਦੀ ਕੋਸ਼ਿਸ਼ ਕਰੋਗੇ, ਉਹ ਨਹੀਂ ਮਿਲਣੀ, ਕਿਉਂਕਿ ਬਾਣੀ ਦਾ ਡੋਮੇਨ ਹੀ ਅਲੱਗ ਹੈ। ਬਾਣੀ ਦੇ ਵਿੱਚ ਜਿਹੜਾ ਹੈਗਾ, ਇੱਥੇ ਤੀਰਥ ਐਗਜ਼ਿਸਟ ਕਰਨਗੇ, ਇੱਥੇ ਤੁਸੀਂ ਇਸ਼ਨਾਨ ਇੱਕ ਡਿਫਰੈਂਟ ਪਿੰਡੇ ਨੂੰ ਧੋਣ ਵਾਲੀ ਗੱਲ ਹੈਗੀ ਹੈ, ਉਸ ਦੀ ਗੱਲ ਆਊਗੀ। ਜਿਹੜਾ ਹੈਗਾ ਧਰਮ ਦਾ ਡੋਮੇਨ, ਸਭ ਇੱਕ ਨਾਮ ਧਰਮ ਸਭ ਗੱਲ ਉਧਰੀ। ਜਿਹੜਾ ਨਾਮ ਦੀ ਜਿਹੜੀ ਕਨਸੈਪਟ ਹੈਗੀ ਹੈ, ਜਾਂ ਨਾਮ ਦਾ ਜਿਹੜਾ ਟੋਟਲ ਫਲਸਫਾ ਹੈ, ਫਿਲੋਸਫੀ ਹੈ, ਜਾਂ ਨਾਮ ਦੀ ਜਿਹੜੀ ਟੋਟਲ ਅੰਡਰਸਟੈਂਡਿੰਗ ਦੀ ਜਿਹੜੀ ਪ੍ਰੋਸੈਸ ਹੈ, that is not available in ਧਰਮ, in ਰਿਲੀਜਨ 'ਚ। ਰਿਲੀਜਨ 'ਚ ਮਜ਼ਹਬ ਦੇ ਖੇਤਰ ਦੇ ਵਿੱਚ ਜਿਹੜੀ ਹੈਗੀ ਹੈ, ਨਾਮ ਦੀ ਇੰਟਰੋਡਕਸ਼ਨ ਹੁੰਦੀ ਹੈ ਤੁਹਾਨੂੰ। ਜਦੋਂ ਤੁਸੀਂ ਨਾਮ ਦੀ ਇੰਟਰੋਡਕਸ਼ਨ ਤੋਂ ਬਾਅਦ ਨਾਮ ਵਾਲੇ ਰਸਤੇ ਨੂੰ ਅਪਣਾਉਂਦੇ ਹੋ, ਫਿਰ ਤੁਸੀਂ ਧਰਮ 'ਚ ਚਲੇ ਜਾਂਦੇ ਹੋ, ਫਿਰ ਤੁਸੀਂ ਧਰਮ ਵਾਲੇ ਪਾਸੇ ਚੱਲਦੇ ਹੋ। ਇਹ ਜਿਹੜੀਆਂ ਜਦੋਂ ਇਹ ਟ੍ਰਾਂਜੀਸ਼ਨ ਹੈ, ਇਸ ਦੇ ਵਿੱਚ ਬੜੇ ਰੌਲੇ ਪੈਂਦੇ ਆ, ਇਸ ਦੇ ਵਿੱਚ ਪੱਗਾਂ ਵੀ ਲੱਥਦੀਆਂ, ਇਸ ਦੇ ਵਿੱਚ ਇੱਕ ਨੂੰ ਮਾੜਾ ਚੰਗਾ ਵੀ ਕਿਹਾ ਜਾਂਦਾ। ਬਟ ਦਿਸ ਟ੍ਰਾਂਜੀਸ਼ਨ ਇਜ਼ ਸਮਥਿੰਗ ਵਿਚ ਜਿਹੜਾ ਸਿੱਖ ਮਜ਼ਹਬ ਦੀ ਜਿਹੜੀ ਸਾਰੀ ਡੋਮੇਨ ਹੈ, ਉਹ ਤੁਹਾਨੂੰ ਇੰਟਰੋਡਿਊਸ ਕਰਦੀ ਹੈ। ਜੇ ਤੁਸੀਂ ਉਸ 'ਚੋਂ ਨਹੀਂ ਆਓਗੇ, ਪਹਿਲਾਂ ਕੀ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਤਾਂ ਉਹੀ ਹੈ। ਵਾਟ ਇਜ਼ ਯੋਰ ਰਿਲੇਸ਼ਨਸ਼ਿਪ ਵਿਦ ਗੁਰੂ ਗ੍ਰੰਥ ਸਾਹਿਬ, ਗੱਲ ਉੱਥੇ ਆ ਕੇ ਖੜਨੀ ਹੈ। ਇਟ ਕੈਨ ਬੀ ਜੀ ਗੁਰਦੁਆਰਾ ਸਾਹਿਬ ਗਏ, ਮੱਥਾ ਟੇਕਿਆ, ਪਰਿਕਰਮਾ ਕੀਤੀ ਤੇ ਚਲੇ ਗਏ। ਦੂਜਾ ਹੈਗਾ ਜੀ, ਗੁਰਦੁਆਰਾ ਸਾਹਿਬ ਗਏ, ਮੱਥਾ ਟੇਕਿਆ, ਵਾਕ ਵੀ ਪੜ੍ਹਿਆ, ਜਿਹੜਾ ਬਾਹਰ ਲਿਖਿਆ ਹੁੰਦਾ। ਉਸ ਤੋਂ ਨੈਕਸਟ ਸਟੇਜ 'ਚ ਉਹ ਵਾਕ ਨੂੰ ਸਮਝਣ ਦੀ ਗੱਲ ਹੈ। ਫਿਰ ਇਹ ਪ੍ਰੇਰਿਤ ਹੈ, ਪ੍ਰੇਰਿਤ ਹੋ ਰਿਹਾ ਇਨਸਾਨ। ਉਸ ਤੋਂ ਬਾਅਦ ਫਿਰ ਉੱਥੇ ਸੇਵਾ ਕਰਨ ਲੱਗਦਾ ਹੈ। ਸੇਵਾ ਕਰਕੇ ਫਿਰ ਉਹ ਵਾਕ ਨੂੰ ਪੜ੍ਹ ਕੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਉਸ ਨੂੰ ਸਮਝ ਆਉਂਦੀ ਹੈ ਕਿ ਇਸ ਜਿਹੜਾ ਇਹ ਵਾਕ ਜਿਹੜਾ ਹੈ, ਜਿਹੜਾ ਕੁਛ ਕਹਿ ਰਿਹਾ, ਇਸ ਉੱਤੇ ਤੁਰਨ ਦੀ ਲੋੜ ਹੈ। ਫਿਰ ਉਹ ਤੁਰਨ ਲੱਗਦਾ। ਬਸ ਜਦੋਂ ਉਹ ਤੁਰਨ ਲੱਗਦਾ ਹੈ, ਉਦੋਂ ਉਹ ਧਰਮ ਦੇ ਖੇਤਰ 'ਚ ਪੈਰ ਰੱਖਣ ਲੱਗ ਪਿਆ। ਸੋ ਇੱਕ ਸਿਚੁਏਸ਼ਨ ਆਉਂਦੀ ਹੈ ਜਿੱਥੇ ਤੁਸੀਂ ਦੋ ਕਿਸ਼ਤੀਆਂ ਦੇ ਵਿੱਚ ਪੈਰ ਹੈ ਤੇ ਤੁਸੀਂ ਚੱਲ ਰਹੇ ਹੋ, ਉਹ ਥੋੜ੍ਹਾ ਜਿਹਾ ਔਖਾ ਸਮਾਂ ਹੁੰਦਾ। ਫਿਰ ਜਦੋਂ ਤੁਸੀਂ ਧਰਮ ਦੇ ਖੇਤਰ 'ਚ ਆ ਗਏ, ਉੱਥੇ ਧਰਮ ਦੇ ਖੇਤਰ ਦੇ ਵਿੱਚ ਜੇ ਹੁਣ ਆਪਾਂ ਦੇਖੀਏ ਆਪਣਾ ਮਜ਼ਹਬੀ ਖੇਤਰ 'ਚ, ਇਹ ਜਿਹੜਾ ਸਰੀਰ ਹੈ, ਇਸ ਦੀ ਬਹੁਤ ਵੱਡੀ ਮਹੱਤਤਾ ਹੈ। ਇਸ 'ਤੇ ਜਨੇਊ ਪਾਉਣਾ, ਇਸ 'ਤੇ ਬੋਧੀ ਰੱਖਣੀ ਹੈ, ਸੁੰਨਤ ਕਰਨੀ ਹੈ, 5 ਕਕਾਰੀ ਹੋਣਾ, ਕੁਛ ਵੀ ਹੈ, ਕ੍ਰੋਸ ਦਾ ਗਲ 'ਚ ਪਾ ਕੇ ਰੱਖਣਾ, ਵਾਟ ਐਵਰ ਇਟ ਇਜ਼। ਧਰਮ ਦੇ ਖੇਤਰ ਦੇ ਵਿੱਚ ਜਿਹੜੀ ਹੈਗੀ ਹੈ, ਇਸ ਦੇਹੀ ਦਾ ਕੋਈ ਵੀ ਮੁੱਲ ਹੈ ਨਹੀਂ। ਇਹ ਦੇਹੀ ਇਜ਼ ਜਸਟ ਵੀ ਉਹ ਇਸ ਦੇਹੀ ਦੇ ਵਿੱਚੋਂ ਆ ਕੇ ਅਸੀਂ ਉਸ ਭਗਤੀ ਦੇ ਰਾਹ ਦੇ ਉੱਪਰ ਚੱਲ ਕੇ ਇੱਕ ਰਿਅਲਾਈਜੇਸ਼ਨ ਦੇ ਸਟੇਜ 'ਤੇ ਆਉਣਾ। ਕਈਆਂ ਨੇ ਮੈਨੂੰ ਕਹਿ ਦਈਏ 5 ਕਕਾਰਾਂ ਦੀ ਜਿਹੜੀ ਗੱਲ ਹੈਗੀ ਹੈ, 5 ਕਕਾਰ ਦਸਮ ਪਾਤਸ਼ਾਹ ਨੇ ਦਿੱਤੇ, ਐਂਡ ਦੈਟ ਇਜ਼ ਐਕਸਟਰਨਲ ਮੈਨੀਫੈਸਟੇਸ਼ਨ। ਧਿਆਨ ਨਾਲ ਸੁਣਿਓ, ਦੈਟ ਇਜ਼ ਦ ਐਕਸਟਰਨਲ ਮੈਨੀਫੈਸਟੇਸ਼ਨ ਆਫ ਦ ਇੰਟਰਨਲ ਥਾਟ। ਥਾਟ ਤੋਂ ਬਿਨਾਂ ਜਿਹੜੇ ਆ 5 ਕਕਾਰ ਪਾਈ ਫਿਰਦੇ ਹੈਗੇ ਆ, ਤੁਸੀਂ ਵੇਖਿਆ ਹੀ ਹੈਗਾ ਉਹਨਾਂ ਦਾ ਕੀ ਕਿਰਦਾਰ ਹੈ ਤੇ ਕਿੱਥੇ ਉਹ ਖੜੇ ਹੈਗੇ। 9 ਪਾਤਸ਼ਾਹੀਆਂ ਨੇ ਉਸ ਦੀ ਟ੍ਰੇਨਿੰਗ ਦਿੱਤੀ ਹੈ, ਤਾਂ ਦਸਮ ਪਾਤਸ਼ਾਹ ਨੇ 5 ਕਕਾਰ ਦਿੱਤੇ ਆ ਬਾਹਰਲੇ। ਕਮਾਈ ਕਰੋ,
ਇਹ ਜਿਹੜੀ ਕਿਰਪਾਨ ਪਾਉਂਦੇ ਆ, ਇਹ ਖੜਗ ਜਿਹੜੀ ਹੈਗੀ ਹੈ, ਗਿਆਨ ਦੀ ਖੜਗ ਹੈ। ਗਿਆਨ ਤੋਂ ਬਿਨਾਂ ਇਹ ਜਿਹੜਾ ਸ਼ਸਤਰ ਹੈ, ਇਹ ਕਿਰਪਾਨ ਨਹੀਂ ਬਣ ਸਕਦਾ। ਇਹ ਕੇਵਲ ਤੇ ਕੇਵਲ ਤਲਵਾਰ ਰਵੇਗੀ। ਅਸੀਂ ਵੇਖਿਆ ਇਹ ਤਲਵਾਰਾਂ ਮਜ਼ਲੂਮਾਂ ਦੇ ਉੱਤੇ ਉੱਠਦੀਆਂ ਵੀ, ਉਹਨਾਂ ਦੇ ਉੱਪਰ ਜ਼ਬਰ ਕਰਦੀਆਂ ਵੀ ਵੇਖੀਆਂ, ਇਹੀ ਕਿਰਪਾਨ। ਪਰ ਇਹ ਉਦੋਂ ਕਿਰਪਾਨ ਨਹੀਂ ਹੁੰਦੀ, ਇਹ ਤਲਵਾਰ ਦਾ ਰੂਪ ਲੈਂਦੀ ਹੈ। ਜਦੋਂ ਇਸ ਕਿਰਪਾਨ ਦੇ ਪਿੱਛੇ ਇਹ ਗਿਆਨ ਦੀ ਖੜਗ ਰਹੂਗੀ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਦਿੱਤਾ ਗਿਆ ਗਿਆਨ ਹੈ, ਇਹ ਗੁਰਮਤ ਜਿਹੜੀ ਹੈਗੀ ਆ, ਜਦੋਂ ਉਹ ਗਾਈਡਿੰਗ ਫੋਰਸ ਹੋਊਗੀ, ਇਹ ਫਿਰ ਕਿਰਪਾਨ ਦਾ ਰੂਪ ਲੈਂਦੀ ਹੈ। ਕਮਾਓ ਇਸ ਨੂੰ ਐਂਡ ਟੇਕ ਦ ਵਰਡ। ਕੇਸਾਂ ਦੀ ਗੱਲ ਹੈ ਬੜੀ, ਕਹਿੰਦੇ ਜੀ ਵੀ ਇਹ ਤਾਂ ਜੀ ਦਸਮ ਪਾਤਸ਼ਾਹ ਜੀ ਨੇ ਕਿਹਾ, ਪਹਿਲੇ ਕਿਤੇ ਹੈ ਹੀ ਨਹੀਂ। ਸਭ ਤੋਂ ਪਹਿਲੀ ਜਿਹੜੀ ਕਮਾਂਡਮੈਂਟ ਹੈ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ, ਪ੍ਰਕਾਸ਼ ਕਰੋਗੇ, ਪਹਿਲੀ ਬਾਣੀ ਕਿਹੜੀ ਹੈ? ਜਪ ਬਾਣੀ ਹੈ। ਪਹਿਲੀ ਬਾਣੀ ਦੇ ਪਹਿਲੇ ਪੌੜੀ ਦੇ ਵਿੱਚ ਇੱਕ ਸਵਾਲ ਹੈ ਤੇ ਇੱਕ ਜਵਾਬ ਹੈ। That is the determinant of the total Sikh thought। ਸਵਾਲ ਕੀ ਹੈ? ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੇ ਪਾਲ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੇ ਪਾਲ। ਤੇ ਦੂਜੀ ਅਗਲੀ ਲਾਈਨ 'ਚ, ਅਗਲੀ ਸਤਰ ਦੇ ਵਿੱਚ ਇਸੇ ਦਾ ਜਵਾਬ ਦਿੱਤਾ ਗਿਆ, ਹੁਕਮ ਰਜਾਈ ਚੱਲਣਾ। ਇਹ ਉਸ ਦੇ ਹੁਕਮ ਦੇ ਵਿੱਚ ਸਾਡੇ ਮੂੰਹ 'ਤੇ ਵਾਲ ਆਉਂਦੇ ਹੈ, ਬੀਬੀਆਂ ਦੇ ਨਹੀਂ ਆਉਂਦੇ। ਤੁਹਾਡੇ ਮੂੰਹ 'ਤੇ ਵਾਲ ਹੈ ਨਹੀਂ। ਇਹ ਜਿਹੜੀ ਚੀਜ਼ ਹੈਗੀ ਹੈ, ਇਸ ਨੂੰ ਸਮਝਣ ਦੀ ਲੋੜ ਹੈ। ਇਸ ਦੀ ਜਦੋਂ ਪ੍ਰੈਕਟਿਸ ਹੁੰਦੀ ਹੈ, ਉਸ ਦੇ ਹੁਕਮ ਦੇ ਵਿੱਚ ਚੱਲਣ ਦੀ ਪ੍ਰੈਕਟਿਸ ਹੁੰਦੀ ਹੈ, ਫਿਰ ਤੁਸੀਂ ਇਹ ਜਦੋਂ ਕੇਸ ਰੱਖਦੇ ਹੈਗੇ ਹੋ ਤਾਂ ਇਹ 5 ਕਕਾਰਾਂ ਦੇ ਵਿੱਚ ਆਉਂਦੇ ਨੇ। ਕੇਸ ਕੀ ਹੈ? ਸੰਭਾਲ ਹੈ ਉਸ ਦੀ, ਇਹ ਕੇਸਾਂ ਦੀ ਸੰਭਾਲ ਹੈ। ਕੰਗੇ ਦੇ ਵਿੱਚ ਜਿਹੜੀ ਬੜੇ ਇਹ ਡਿਸਕਸ਼ਨਸ ਨੇ ਜਿਹੜੀਆਂ, ਥੀਜ਼ ਆਰ ਚੈਪਟਰਸ ਬਾਈ ਇਟ ਸੈਲਫ। ਇੱਕ ਜਿਹੜੀ ਚੀਜ਼ ਹੈਗੀ ਹੈ, ਇਹਨਾਂ ਦੇ ਉੱਪਰ ਲਾਇਬ੍ਰੇਰੀਜ਼ ਕੈਨ ਬੀ ਰਿਟਨ ਟੂ ਡਿਸਕਸ ਦੈਟ। ਸਾਡੀ ਪ੍ਰੋਬਲਮ ਇਹ ਹੈਗੀ ਹੈ ਕਿ ਅਸੀਂ ਆਪਣੀ ਇੱਕ ਥਾਂ 'ਤੇ ਜਿਹੜਾ, ਜਿੱਥੇ ਮੈਂ ਆ ਕੇ ਖੜ ਗਿਆ, ਉਹ ਕਹਿੰਦਾ ਜੀ ਵੀ ਮੈਂ ਠੀਕ ਹੈ, ਬਾਕੀ ਸਾਰੀ ਦੁਨੀਆ ਗਲਤ ਹੈ। ਉਹ ਇਹ ਨਹੀਂ ਹੈ ਭਾਈ। ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕੇਵਲ ਮੱਥਾ ਵੀ ਟੇਕਦਾ, ਉਹਨੂੰ ਇੰਨਾ ਹੀ ਸਮਝਾਓ, ਤੂੰ ਮੱਥਾ ਕਿਉਂ ਟੇਕ ਰਿਹਾ। ਇੰਟਰੋਡਿਊਸ ਹਿਮ ਟੂ ਦੈਟ। ਇੰਟਰੋਡਿਊਸ ਹਿਮ ਟੂ ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਓ। ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠਿਨੀ। ਉਹਨੂੰ ਇਸ ਗੱਲ 'ਤੇ ਇੰਟਰੋਡਿਊਸ ਕਰੋ। ਉੱਥੇ ਹੈ, ਉਹਨੂੰ ਉੱਥੇ ਉਹ ਠੀਕ ਹੈ। ਜੇ ਇੱਕ KG 'ਚ ਹੈ ਤੇ ਦੂਜਾ ਕਹਿੰਦਾ ਵੀ ਜੀ KG ਗਲਤ ਹੈ, ਮੈਂ ਤਾਂ PhD ਕਰੀ ਬੈਠਾ। PhD ਵਾਲਾ ਵੀ ਕਦੀ KG 'ਚੋਂ ਚੱਲਿਆ ਸੀ। ਸੋ ਲੈਟ ਅਸ ਨਾਟ ਗੈਟ ਇਨਟੂ ਦੈਟ ਕਿ ਵੀ ਅਸੀਂ ਇਸ ਨੂੰ ਇਹ ਇੱਕ ਦੂਜੇ ਦੀ ਨਿਖੇਧੀ। ਪ੍ਰਥਮੇ ਮਨ ਪ੍ਰਬੋਧੇ ਆਪਣਾ, ਪਾਛੇ ਅਵਰ ਜਾਵੇ। ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹਨਾਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ। ਡੋਮੇਨ ਰਿਲੀਜਨ ਦਾ ਹੈਜ਼ ਇਟਸ ਓਨ ਵੈਲਿਡਿਟੀ। ਡੋਮੇਨ ਆਫ ਧਰਮ ਜਿਹੜਾ ਹੈਗਾ, ਜਿਹੜਾ ਧਰਮ ਦੀ ਗੱਲ, ਜਿਸ ਧਰਮ ਦੇ ਮੰਮੇ ਨੂੰ ਔਂਕੜ ਆਊਗੀ ਬਾਣੀ ਦੇ ਵਿੱਚ, ਅੰਦਰਲਾ ਸ਼ਬਦ ਸਰੂਪੀ ਸੱਚਾ ਧਰਮ ਉਹ ਹੈ ਜਿਹੜਾ ਨਾਮ ਧਰਮ ਹੈ। ਨਾਮ ਦੇ ਮੰਮੇ ਨੂੰ ਔਂਕੜ ਆਊਗੀ, ਉਹ ਕਿਹੜਾ ਨਾਮ ਹੈ। ਹੁਣ ਪ੍ਰੋਬਲਮ ਇਹ ਹੈਗੀ ਹੈ ਕਿ ਬਾਣੀ ਦੇ ਵਿੱਚ ਔਂਕੜਾਂ ਗਾਇਬ ਨੇ। ਜਿਹੜੀਆਂ ਹੁਣ ਪੋਥੀਆਂ ਛਪ ਰਹੀਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਛਾਪੇ ਜਾ ਰਹੇ ਨੇ, ਉਸ ਦੇ ਵਿੱਚ ਕਈਆਂ ਨੇ ਸਟੱਡੀ ਕੀਤੀ ਹੈ ਵੀ ਔਂਕੜਾਂ ਗਾਇਬ ਨੇ ਮੁਕਤੇ 'ਚ ਜਿਹੜੀਆਂ ਲੱਗਦੀਆਂ, ਜਾਂ ਸਿਹਾਰੀਆਂ ਗਾਇਬ ਨੇ। ਚਲੋ ਉਹ ਇੱਕ ਸੈਪਰੇਟ, ਅਗੇਨ ਦੈਟ ਇਜ਼ ਅ ਚੈਪਟਰ ਬਾਈ ਇਟ ਸੈਲਫ। ਪਰ ਬੇਸਿਕ ਅੰਡਰਸਟੈਂਡ ਇਹ ਕਰੋ, ਦ ਸਪੈਕਟਰਮ ਆਫ in which there is on one side there is ਇੱਕ ਬੰਦਾ ਜਾ ਰਿਹਾ ਤੇ ਉਹ ਕੇਵਲ ਮੱਥਾ ਹੀ ਟੇਕ ਰਿਹਾ ਹੈ, ਤੇ ਉਹ ਉਸ ਤੋਂ ਬਾਅਦ ਮੱਥਾ ਟੇਕ ਕੇ ਉਹ ਬਾਹਰ ਆ ਰਿਹਾ ਗੁਰੂ ਗ੍ਰੰਥ ਸਾਹਿਬ ਨੂੰ। ਉੱਥੋਂ ਲੈ ਕੇ ਇੱਕ ਦੂਜਾ ਜਿਹੜਾ ਖੇਤਰ ਹੈ ਜਿੱਥੇ ਉਹ ਪੂਰਨ ਤੌਰ 'ਤੇ ਟੋਟਲੀ ਆਪਣੀ ਲਾਈਫ,
ਅਕੋਰਡਿੰਗ ਟੂ ਬਾਣੀ ਜਿਉ ਰਹੇ। ਇਹ ਸਪੈਕਟਰਮ ਹੈ। ਇਹ ਸਪੈਕਟਰਮ ਦੇ ਵਿੱਚ ਜਿੱਥੇ ਵੀ ਕੋਈ ਖੜਾ ਹੈ ਉਹ ਠੀਕ ਹੈ, ਉਹਨੂੰ ਪ੍ਰੇਰਿਤ ਕਰੋ ਅੱਗੇ ਚੱਲ। ਤੀਰਥ ਜਾ ਰਹੇ ਹਾਂ, ਜਾਣ ਦਿਓ, ਕੋਈ ਉੱਥੇ ਕੋਈ ਰੋਕ ਨਹੀਂ, ਜਾਓ, ਪਰ ਉਹਨਾਂ ਨੂੰ ਇੰਟਰੋਡਿਊਸ ਕਰੋ ਕਿ ਤੀਰਥ ਹਮਰਾ ਹਰ ਕੋ ਨਾਮ, ਗੁਰ ਉਪਦੇਸਿਆ ਤਤ ਗਿਆਨ। ਤਤ ਵਸਤੂ ਪਕੜਨੀ ਹੈ। ਇਟ ਇਜ਼ ਨॉट ਕਿ ਵੀ ਜੀ ਇਹ ਗਲਤ ਹੈ ਜਾਂ ਉਹ ਗਲਤ ਹੈ। ਗਲਤ ਕੋਈ ਨਹੀਂ ਹੈ। ਜੇ ਤੁਸੀਂ ਗਲਤ ਕਹੋਗੇ ਫਲਾਨਾ ਗਲਤ ਹੈ, ਇਹਦਾ ਮਤਲਬ ਉਸ ਦੇ ਹੁਕਮ ਨੂੰ ਨਹੀਂ ਤੁਸੀਂ ਮੰਨਦੇ। ਕੀ ਉਸ ਦੇ ਹੁਕਮ ਤੋਂ ਬਿਨਾਂ ਕੁਝ ਵੀ ਇੱਥੇ ਹੋ ਸਕਦਾ? ਨਹੀਂ ਹੋ ਸਕਦਾ। ਉਸ ਦੇ ਹੁਕਮ ਦੇ ਵਿੱਚ ਜਿਹੜੀ ਚੀਜ਼ ਹੋ ਰਹੀ ਹੈ, ਉਸ ਹੁਕਮ ਦੇ ਵਿੱਚ ਜਿਹੜਾ ਆਪਾਂ ਨੂੰ ਕੋਈ ਚੰਗਾ ਲੱਗ ਰਿਹਾ, ਕੋਈ ਮਾੜਾ ਲੱਗ ਰਿਹਾ, ਕੋਈ ਕੁਛ ਕਰ ਰਿਹਾ, ਰਚਨਾ ਸਾਚ ਬਣੀ ਸਭ ਕਾ ਇਕਤ ਨਹੀਂ। ਸਾਰਾ ਪੜ੍ਹੋ, ਉਹ ਸ਼ਬਦ ਪੜ੍ਹੋ, ਉਸ ਦੇ ਵਿੱਚ ਕੋਈ ਕੁਛ ਕਰੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਅਤੇ ਜਿਹੜੇ ਸੰਤ ਜਨ ਨੇ ਉਹ ਇੱਧਰ ਆਪ ਦਾ ਕੰਮ ਕਰੀ ਜਾਂਦੇ ਆ। ਅਤੇ ਅਖੀਰ 'ਚ ਜਾ ਕੇ ਮਹਾਰਾਜ ਨੇ ਕਲੀਅਰ ਕੀਤਾ ਵੀ ਜਿਹਨੂੰ ਜਿਹੜੇ ਕੰਮ 'ਤੇ ਲਾਇਆ ਉਹ ਕੰਮ ਕਰੀ ਜਾਂਦਾ। ਨਾ ਕੋ ਮੂਰਖ ਨਾ ਕੋ ਸਿਆਣਾ। ਉੱਥੇ ਕੋਈ ਮੂਰਖ ਨਹੀਂ ਹੈ, ਕੋਈ ਸਿਆਣਾ ਨਹੀਂ ਹੈ। ਅਸੀਂ ਐਵੇਂ ਚੌੜੇ ਹੋ ਕੇ ਜੀ ਚਾਰ, ਜਦੋਂ ਸਾਨੂੰ ਕੋਈ ਮਾੜੀ ਜਿਹੀ ਗੱਲ ਸਮਝ ਆ ਜਾਂਦੀ ਅਸੀਂ ਚੌੜੇ ਹੋ ਜਾਂਦੇ ਹਾਂ ਵੀ ਜੀ ਸਾਡੀ ਗੱਲ ਸੁਣੋ। ਉਹ ਭਾਈ, ਦਿਸ ਇਜ਼ ਅ ਪ੍ਰੋਸੈਸ। ਇਸ ਪ੍ਰੋਸੈਸ ਨੂੰ ਪਕੜੋ, ਇਸ ਦੇ ਵਿੱਚੋਂ ਨਿਕਲੋ, ਇਸ ਦੇ ਵਿੱਚੋਂ ਅੱਗੇ ਕਰੋ। ਕਈ ਹੁਣ ਕੀਰਤਨ ਦੀ ਗੱਲ ਹੈ, ਬੜੇ ਸਤਿਕਾਰਯੋਗ ਸਾਡੇ ਵੀਰ ਜੀ ਨੇ ਭਾਈ ਪਾਰਦੀਪ ਸਿੰਘ ਹੋਰੀ, ਉਹਨਾਂ ਨੇ ਕੱਲ੍ਹ ਹੀ ਗੱਲ ਕੀਤੀ ਹੈਗੀ ਹੈ। ਭਾਈ ਸਾਹਿਬ ਜੀ, ਆਪਣੇ ਭਾਈ ਮਹਿੰਦਰ ਸਿੰਘ ਜੀ ਹੋਰਾਂ ਦੇ ਜਿਹੜੇ ਲਾਸਟ ਰਾਈਟਸ 'ਚ ਉਹ ਕਹਿੰਦੇ ਵੀ ਜੀ ਕੀਰਤਨ ਦੀ ਲੋੜ ਨਹੀਂ, ਨਾਮ ਜਪਣ ਦੀ ਲੋੜ ਹੈ। ਇਸ ਦੇ ਵਿੱਚ ਇਹਨੂੰ ਇੱਕ ਹੋਰ ਤਰ੍ਹਾਂ ਕਰੋ। ਕੀਰਤਨ ਕਿਹੜਾ ਹੈ? ਇੱਕ ਕੀਰਤਨ ਹੈ ਜਿਹੜਾ ਸੁਰਾਂ 'ਤੇ ਬੇਸਡ ਹੈ, ਤਾਲ 'ਤੇ ਬੇਸਡ ਹੈ। ਇੱਕ ਕੀਰਤਨ ਹੈ ਐਸਾ ਕੀਰਤਨ ਕਰ ਮਨ ਮੇਰੇ। ਇਸ ਕੀਰਤਨ ਨੂੰ ਇੰਟਰੋਡਿਊਸ ਕਰੋ। ਇਸ ਕੀਰਤਨ 'ਤੇ ਸੰਗਤ ਨੂੰ ਲਾਓ ਵੀ ਜੀ ਕੀਰਤਨ ਕਰਨਾ, ਆਹ ਕਰੋ। ਜਿਹੜਾ ਉਹ ਕੀਰਤਨ ਹੈ, ਕਈ ਬੜੇ ਮੇਰੇ ਨਾਲ ਵੀ ਚੱਲ ਪੈਂਦੇ ਕਿ ਵੀ ਜੀ ਭਾਈ ਸਾਹਿਬ ਵੀ ਬੈਠੇ ਨੇ, ਉਹ ਰਾਗ ਦੀ ਗੱਲ ਹੈ ਜੀ। ਰਾਗ ਦੇ ਵਿੱਚ ਜਿਹੜੀ ਗੱਲ ਹੈ ਉਹ ਕਹਿੰਦੇ ਜੀ ਵੀ ਰਾਗ ਰਾਗ 'ਚ ਕੀਰਤਨ ਹੋਣਾ ਚਾਹੀਦਾ, ਕਿਉਂਕਿ ਰਾਗ ਲਿਖਿਆ, ਰਾਗ ਜਿੱਥੇ ਵੀ ਵਰਡ ਆਊਗਾ ਉਸਦੇ ਗੱਗੇ ਨੂੰ ਔਂਕੜ ਹੋਊਗੀ। ਇਹਦੇ ਵਿੱਚ ਇੱਕ ਰਾਗ ਹੈ, ਦੂਜਾ ਵਰਡ ਦਵੇਸ਼ ਹੈ, ਪੁਰਾਣੀ ਜਿਹੜੀ ਸਾਡੀ ਸੰਸਕ੍ਰਿਤ ਬੋਲੀ ਹੈ। ਅਤੇ ਰਾਗ ਜਿਹੜਾ ਹੈਗਾ, ਰਾਗ ਨੂੰ ਕੱਟਿਆ ਗਿਆ ਹੈ। ਰਾਗ ਨਾਦ ਸ਼ਬਦ ਸੋਹਣੇ, ਜਾਂ ਇੱਕ ਉਸਦੀ ਕੰਡੀਸ਼ਨ ਲਾਈ ਹੈ, ਇਹ ਤਾਂ ਸੋਹਣੇ ਹੈ ਜਾਂ ਲਾਗੇ ਸਹਿਜ ਧਿਆਨ। ਅਗਲੀ ਤੁਕ ਰਾਗ ਨਾਦ ਛੋੜ, ਹਰ ਸੇਵੀ ਹੈ ਤਾਂ ਦਰਗਹਿ ਪਾਈਏ। ਇੰਟਰੋਡਿਊਸ yourself to that, ਅੰਡਰਸਟੈਂਡ these basic concepts। ਅਤੇ ਇਹ ਜਿਹੜੀ ਹਉਮੈ ਦੀ ਜਿਹੜੀ ਅਸੀਂ ਕਰਕੇ ਜੀ ਮੈਨੂੰ ਜ਼ਿਆਦਾ ਪਤਾ ਹੈ ਅਤੇ ਜੀ ਮੈਂ ਅਤੇ ਜੀ ਮੈਂ, ਉਹ ਭਾਈ ਕਿਹੜੇ ਤੁਸੀਂ ਇਸ ਮਿੱਟੀ 'ਤੇ ਐਡਾ ਮਾਣ ਕਰੀ ਫਿਰਦੇ ਹੋ? ਕੁਛ ਨਹੀਂ ਹੈ। ਜਿਹੜੀ ਇਸ ਦੇ ਵਿੱਚ ਅੰਡਰਸਟੈਂਡ ਦ ਕਨਸੈਪਟ ਆਫ ਨਾਮ ਦਾ ਜਿਹੜਾ ਕਾਰੋਬਾਰ ਹੈ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ। ਨਾਮ ਦਾ ਜਿਹੜਾ ਵਣਜ ਹੈ ਉਹ ਕਰਨਾ ਸਿਖਾਓ, ਉਹ ਸੰਗਤ ਦੇ ਵਿੱਚ ਸ਼ੁਰੂ ਕਰੋ, ਗੱਲ ਕਰੋ, ਬੈਠੋ, ਤਹਿਜ਼ੀਬ ਦੇ ਵਿੱਚ ਗੱਲ ਕਰਨ ਦੀ ਇੱਕ ਆਦਤ ਪਾਈਏ, ਸਿੱਖੋ, ਤੁਰੋ, ਐਕਸਪੀਰੀਅੰਸ ਕਰੋ। The experience which you will do, the experience you let yourself lose to experience ਬਾਣੀ। ਗੁਰਬਾਣੀ ਤੁਹਾਨੂੰ ਉਹ ਇਹ ਐਵੇਂ ਨਹੀਂ ਗੱਲਾਂ ਲਿਖੀਆਂ ਹੋਈਆਂ ਕਿ ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਰਾਜ ਕਰਕੇ ਤਾਂ ਦੇਖੋ, ਉੱਥੋਂ ਤਾਈਂ ਆਓ ਤਾਂ ਸਹੀ।
ਅਸੀਂ ਤਾਂ ਸਰਪੰਚੀ ਤੇ ਜੀ ਆਹੋ ਆਪਣੀ ਜੀ ਕੀ MLA ਤੇ ਮੰਤਰੀ ਤੇ CM ਤੇ PM ਤੇ ਪ੍ਰਧਾਨ ਮੰਤਰੀ ਵਾਟ ਐਵਰ ਇਹਨਾਂ 'ਚ ਉਲਝੇ ਖੜੇ ਆ ਕਰਕੇ ਤਾਂ ਦੇਖੋ ਕਿਸ ਆਨੰਦ 'ਚ ਕਿਸ ਖੇੜੇ 'ਚ ਤੁਸੀਂ ਆਪਣੀ ਇਹ ਜਿਹੜੀ ਸਾਰੀ ਐਕਸਪੀਰੀਅੰਸ ਹੈ ਉਸ ਤੋਂ ਬਾਅਦ ਫੇਰ ਅੰਡਰਸਟੈਂਡ ਕਰੋ ਦਸਮ ਪਾਤਸ਼ਾਹ ਦੀ ਜਿਹੜੀ ਉਹ ਵਿਸਾਖੀ ਤੇ ਜਿਹੜੀ ਕਾਲ ਹੈ ਉਹ ਕੀ ਸੀ। ਫਸਟ ਗੈਦਰ ਦ ਬੇਸਿਕਸ, ਹੌਲੀ ਹੌਲੀ ਉਸ ਨੂੰ ਜਿਹਨੂੰ ਕਹਿੰਦੇ ਇੰਬਾਈਬ ਕਰੋ, ਇੰਬਾਈਬ ਕਰਕੇ ਦੈਨ ਟੇਕ ਇਟ ਅਪ। ਬਾਣੀ ਨੂੰ ਜਿਹੜਾ ਖੋਲ੍ਹਣਾ ਹੈ ਉਸ ਦੇ ਵਿੱਚ ਬੜੀ ਗੱਲ ਕਲੀਅਰ ਹੈਗੀ ਹੈ। ਬਹੁਤ ਲੋਕਾਂ ਦੇ ਵਿੱਚ ਸ਼ੰਕੇ ਆਉਂਦੇ ਆ ਕਿ ਜੀ ਗੁਰਬਾਣੀ ਆ ਕਹਿ ਰਹੀ ਹੈਗੀ ਹੈ ਅਤੇ ਸਾਡੇ ਜਿਹੜੇ ਰਹਿਤਨਾਮੇ ਹੈ ਜਾਂ ਸਾਡੀਆਂ ਜਿਹੜੀ ਆਪਣੀ ਰਹਿਤ ਮਰਿਆਦਾ ਹੈ ਉਹ ਆ ਕਹਿ ਰਹੀ ਹੈ, ਸਾਡੇ ਪ੍ਰੈਕਟਿਸਿਸ ਆ ਹੈਗੇ ਨੇ। ਇਹ ਭਾਈ ਡੋਮੇਨ ਹੀ ਅਲੱਗ ਹੈ। ਜੇ ਤੁਸੀਂ ਕਾਰ ਲੈਣੀ ਹੈ ਐਂਡ ਯੂ ਗੋ ਟੂ ਅ ਗਰੋਸਰੀ ਸਟੋਰ ਐਂਡ ਯੂ ਸੇ ਵੀ ਜੀ ਆਈ ਵਾਂਟ ਟੂ ਬਾਏ Mercedes S-Class, they'll say what an idiot you are, this is not the place we sell it. Or on the other side you go to Mercedes showroom and you say ਵੀ ਜੀ ਆ ਮੇਰੀ ਗਰੋਸਰੀਜ਼ ਦੀ ਲਿਸਟ ਹੈ ਮੈਨੂੰ ਪੈਕ ਕਰ ਦਿਓ, ਕਹਿਣਗੇ ਜੀ ਭਾਈ ਸਾਹਿਬ ਹਸਪਤਾਲ ਉੱਥੇ ਜਾ ਕੇ ਚੈੱਕ ਕਰੋ। ਦਿਸ ਇਜ਼ ਅ ਡਿਫਰੈਂਟ ਡੋਮੇਨ। ਰਿਲੀਜਨ ਧਰਮ ਦਾ ਜੋ ਡੋਮੇਨ ਹੈ, ਗੁਰਮਤ ਦਾ ਜੋ ਡੋਮੇਨ ਹੈ, ਆਈ ਐਮ ਟਾਕਿੰਗ ਪਰ ਸੇ ਦ ਸਿੱਖ ਥਾਟ ਜਿਹੜੀ ਹੈ ਜਾਂ ਜਿਹੜੀ ਸਿੱਖ ਡੋਮੇਨ ਹੈ, ਦ ਲਾਰਜਰ ਡੋਮੇਨ, ਜਿਸ ਦੇ ਵਿੱਚ ਇਹ ਦੋ ਡੋਮੇਨਸ ਨੇ। These two are the subsets of the larger domain of ਸਿੱਖੀ। ਸਿੱਖੀ ਦੇ ਵਿੱਚ ਜਿਹੜਾ ਇਹ ਹੈਗਾ, ਇਸ ਦਾ ਕੀ ਵੈਲਿਡਿਟੀ ਹੈ? ਦਿਸ ਇਜ਼ ਯੋਰ ਜਿਹੜਾ ਆਪਣਾ ਮਜ਼ਹਬ ਹੈ, ਇਹ ਹੈ ਤੁਹਾਡੀ ਇੰਟਰੈਕਸ਼ਨ ਆਫ ਦਿਸ ਬੋਡੀਜ਼ ਇੰਟਰੈਕਸ਼ਨ ਵਿਦ ਦਿਸ ਵਰਲਡ ਆਊਟਸਾਈਡ। ਜਿਹੜੀ ਧਰਮ ਦਾ ਡੋਮੇਨ ਹੈ ਉਹ ਮਨ ਦਾ ਡੋਮੇਨ ਹੈ। ਬਾਣੀ ਸਾਰੀ ਤੁਹਾਡੇ ਮਨ ਨੂੰ ਸੰਬੋਧਨ ਹੈ, ਤੁਹਾਡੇ ਇੰਟਲੈਕਟ ਨੂੰ ਸੰਬੋਧਨ ਹੈ ਅਤੇ ਵਿਵੇਕ ਦੀ ਗੱਲ ਕਰੂਗੀ। ਸੋ ਇਹ ਦੀਜ਼ ਆਰ ਚੈਪਟਰਸ ਬਾਈ ਇਟ ਸੈਲਫ, ਵੀ ਕੈਨ ਕੀਪ ਟਾਕਿੰਗ ਅਬਾਊਟ ਇਟ। ਤੁਸੀਂ ਅੱਜ ਸਾਰਿਆਂ ਨੇ ਮੈਨੂੰ ਇਹ ਸੱਦਾ ਦਿੱਤਾ ਸੀ, ਸੋ ਇਹ ਥੋੜ੍ਹੀਆਂ ਜਿਹੀਆਂ ਹੈ ਜਿਹੜੀਆਂ ਚੀਜ਼ਾਂ ਆਈ ਵਾਂਟਡ ਟੂ ਬ੍ਰਿੰਗ ਇਟ ਟੂ your before you, each one of you. It is, if you find that you've listened to me the whole thing, if you find it's okay, ਤਾਂ ਵੀ ਠੀਕ ਹੈ। if you find I'm bluffing, you can throw it into the dustbin, you are more than welcome। ਪਰ ਜਿਹੜੀ ਇਹ ਗੱਲ ਹੈਗੀ ਹੈ, ਇਹ ਇੱਥੋਂ ਤੱਕ ਜਿਹੜੀ ਪਹੁੰਚੀ ਹੈ ਗੱਲ, ਇਹ ਅਤੇ ਜਿੰਨੀ ਕੁ ਇਹ ਲਫ਼ਜ਼ਾਂ ਦੇ ਵਿੱਚ ਐਕਸਪਲੇਨ ਕੀਤੀ ਜਾ ਸਕਦੀ ਸੀ, ਕਿੰਨੇ ਕੁ ਟਾਈਮ ਦੇ ਵਿੱਚ ਜਿਹੜੀ ਤੁਹਾਡੇ ਅੱਗੇ ਰੱਖੀ ਹੈ, ਇਸ ਦੇ ਪਿੱਛੇ ਕਈ ਜਨਰੇਸ਼ਨਸ ਦੀ ਘਾਲਣਾ ਹੈ। ਇਹ ਕੋਈ ਇਸ ਦੇਹੀ ਦੇ ਵੱਲੋਂ ਨਹੀਂ ਹੈ, ਕੋਈ ਗੁਰਬੀਰ ਸਿੰਘ ਨਹੀਂ ਕਹਿ ਰਿਹਾ ਜਾਂ ਕੋਈ ਹੋਰ ਨਹੀਂ। ਇਹ ਜਨਰੇਸ਼ਨਸ ਟੁਗੈਦਰ ਆਈ ਹੈਵ ਬੀਨ ਦੇਅਰ, ਜਿਸ 'ਚੋਂ ਇਹ ਐਵੋਲਿਊਸ਼ਨ ਦੀ ਇੱਕ ਚੀਜ਼ ਆਈ ਹੈ। ਕੁਛ ਚੀਜ਼ਾਂ ਮੇਰੇ ਇਸ ਦੇਹੀ ਵੱਲੋਂ ਆਰਡਰ ਹੋਇਆ, ਹੁਕਮ ਹੋਇਆ ਹੈਗਾ, ਅਸੀਂ ਕਰਨੀਆਂ ਹੈ। ਕੁਛ ਅਗਲੀ ਜਨਰੇਸ਼ਨ 'ਚੋਂ ਕੋਈ ਨਾ ਕੋਈ ਉੱਠੂਗਾ, ਉਹ ਕਰੂਗਾ। ਕੋਈ ਪਿਛਲੀ ਜਨਰੇਸ਼ਨਸ ਕਰਕੇ ਉਹ ਚਲੀਆਂ ਗਈਆਂ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।